किताब तूफाना दा शाह असवार शहीद करतार सिंह सराभा। लेखक सरदार अजमेर सिंह। आवाज़ भाई गुरजंट सिंह रूपोवाली। भाग 33वां। हिरासत, मुकदमा ते शहादत। असफलता मूरे ईन नहीं मन्नी ਅਤੇ ਝੋਲੀ ਚੁੱਕਾਂ ਨੂੰ ਸੋਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰ ਸਿੰਘੀਆ ਤੇ ਹਰਨਾਮ ਸਿੰਘ ਕੋਟਲਾ ਲਾਇਲਪੁਰ ਤੋਂ ਰੇਲ ਗੱਡੀ ਤੇ ਪੇਸ਼ਾਵਰ ਚਲੇ ਗਏ ਅਤੇ ਉੱਥੋਂ ਪਠਾਣੀ ਭੇਸ ਵਿੱਚ ਪੈਦਲ ਅਫਗਾਨਿਸਤਾਨ ਦੀ ਦਿਸ਼ਾ ਵੱਲ ਚੱਲ ਪਏ। ਤੁਰਦੇ ਤੁਰਦੇ ਉਹ ਅਫਗਾਨਿਸਤਾਨ ਦੀ ਸਰਹੱਦ ਦੇ ਲਾਗੇ ਮਿਚਨੀ ਨਾਂ ਦੇ ਪਿੰਡ ਨੇੜੇ ਪਹੁੰਚ ਗਏ। ਰਸਤੇ ਵਿੱਚ ਉਹਨਾਂ ਨੇ ਅਖਬਾਰਾਂ ਵਿੱਚੋਂ ਇਹ ਖਬਰ ਪੜ੍ਹ ਲਈ ਸੀ ਕਿ ਕਾਬਲ ਦੀ ਹਕੂਮਤ ਨੇ ਲਾਹੌਰ ਤੋਂ ਨੱਠ ਕੇ ਗਏ ਮੁਸਲਿਮ ਵਿਦਿਆਰਥੀਆਂ ਨੂੰ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਕਹਿਣ ਤੇ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ। ਉਹਨਾਂ ਦੇ ਮਨ ਵਿੱਚ ਆਈ ਕਿ ਜੇਕਰ ਇਹਨਾਂ ਵਿਦਿਆਰਥੀਆਂ ਨਾਲ ਕਾਬਲ ਸਰਕਾਰ ਨੇ ਇਹ ਸਲੂਕ ਕੀਤਾ ਹੈ ਤਾਂ ਅੰਗਰੇਜ਼ੀ ਰਾਜ ਦੇ ਬਾਗੀਆਂ ਨੂੰ ਉਹ ਕਿਸ ਤਰ੍ਹਾਂ ਪਨਾਹ ਦੇ ਸਕਦੀ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਿਆਂ ਉਹ ਦਮ ਲੈਣ ਲਈ ਇੱਕ ਨਦੀ ਦੇ ਕਿਨਾਰੇ ਬਹਿ ਗਏ। ਸਬੱਬੀ ਭਾਈ ਕਰਤਾਰ ਸਿੰਘ ਸਰਾਭਾ ਜਾਂ ਹਰਨਾਮ ਸਿੰਘ ਕੋਟਲਾ ਚੋਂ ਇੱਕ ਜਣਾ ਗਦਰ ਦੀ ਗੂੰਜ ਵਿੱਚੋਂ ਹੇਠ ਲਿਖੀ ਕਵਿਤਾ ਗਾਉਣ ਲੱਗ ਪਿਆ। ਗਦਰੀ ਅਕਸਰ ਹੀ ਗਦਰ ਦੀ ਗੂੰਜ ਵਿੱਚੋਂ ਜੋਸ਼ ਉਪਜਾਊ ਕਵਿਤਾਵਾਂ ਗਾਉਂਦੇ ਤੇ ਸੁਣਾਉਂਦੇ ਰਹਿੰਦੇ ਸਨ। ਸਰਾਭੇ ਦਾ ਤਾਂ ਇਹ ਪੱਕਾ ਸ਼ੁਗਲ ਹੁੰਦਾ ਸੀ। ਸਿਰ ਦਿੱਤੇ ਬਾਜ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਲੜਨਾ। ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮਿਟ ਜਾਵੇ ਤਾਪ ਤਾਂ। ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿੰਘ ਜੇ ਕਹਾਉਣਾ ਸੀਸ ਧਰੋ ਹੱਥ ਜੀ, ਪੈਨ ਹਥਿਆਰ ਖੜੇ ਹੋਵੋ ਸੱਥ ਜੀ। ਜਾਨ ਜਾਵੇ ਆਣ ਨੂੰ ਨਾ ਜਾਣੋ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਗਏ। ਉਹਨਾਂ ਦੀ ਉਸ ਵੇਲੇ ਇਹੋ ਜਿਹੀ ਮਨੋ ਅਵਸਥਾ ਬਣੀ ਹੋਈ ਸੀ। ਉਸ ਵਿੱਚ ਕਵਿਤਾ ਦੀਆਂ ਇਹਨਾਂ ਸਤਰਾਂ ਨੇ ਉਹਨਾਂ ਨੂੰ ਇੱਕਦਮ ਝੰਜੋੜ ਕੇ ਰੱਖ ਦਿੱਤਾ ਸੀ। ਉਹਨਾਂ ਤਿੰਨਾਂ ਦੀਆਂ ਆਪ ਮੁਹਾਰੇ ਆਪਸ ਵਿੱਚ ਨਜ਼ਰਾਂ ਮਿਲ ਗਈਆਂ। ਕਿਸੇ ਨੂੰ ਵੀ ਮੂੰਹੋਂ ਬੋਲਣ ਦੀ ਲੋੜ ਨਹੀਂ ਪਈ ਸੀ। ਉਹਨਾਂ ਦੀਆਂ ਸਿਮਰਤੀਆਂ ਅੰਦਰ ਇੱਕਦਮ ਸਿੱਖ ਇਤਿਹਾਸ ਸੁਰਜੀਤ ਹੋ ਉੱਠਿਆ ਸੀ। ਉਹਨਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਜੂਹ ਅੰਦਰ ਸੀਸ ਤਲੀ ਉੱਤੇ ਰੱਖ ਕੇ ਲੜ ਰਿਹਾ ਤੇ ਦੁਸ਼ਮਣ ਨੂੰ ਲਲਕਾਰ ਰਿਹਾ ਬਾਬਾ ਦੀਪ ਸਿੰਘ ਸਾਹਮਣੇ ਦਿਖਾਈ ਦੇਣ ਲੱਗ ਪਿਆ। ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਆਪਣੇ ਪਿਆਰੇ ਸਿੰਘਾਂ ਤੇ ਆਪਣੇ ਜਿਗਰ ਦੇ ਟੋਟਿਆਂ ਦੀਆਂ ਮੈਦਾਨ ਵਿੱਚ ਵਿਛੀਆਂ ਪਈਆਂ ਮਿਰਤਕ ਦੇਹਾਂ ਵਿਚਕਾਰ ਬੋਝ ਬੋਝ ਕੇ ਕਦਮ ਧਰਦੇ ਮਾਛੀਵਾੜੇ ਦੇ ਜੰਗਲਾਂ ਵੱਲ ਵਧਦੇ ਅਤੇ ਥੋੜੇ ਹੀ ਦਿਨਾਂ ਬਾਅਦ ਦੀਨੇ ਵਿਖੇ ਇਲਾਹੀ ਸਿਦਕ ਜਲਾਲ ਵਿੱਚ ਦੇਸੂ ਤਰਖਾਨ ਦੇ ਚੁਬਾਰੇ ਵਿੱਚ ਬੈਠੇ ਹੋਏ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨਜ਼ਰ ਆਏ। ਗਦਰੀ ਯੋਧਿਆਂ ਨੇ ਬੈਠ ਕੇ ਆਪਸ ਵਿੱਚ ਵਿਚਾਰ ਕੀਤੀ ਕਿ ਅਜੇ ਤਾਂ ਗਿਣਤੀ ਦੇ ਸੰਗਰਾਮੀਆਂ ਹੀ ਗ੍ਰਿਫਤਾਰ ਹੋਏ ਹਨ। ਉਹਨਾਂ ਨਾਲ ਵਿਦੇਸ਼ਾਂ ਤੋਂ ਮੁੜੇ ਅਨੇਕਾਂ ਗਦਰੀ ਸੂਰਬੀਰ ਅਜੇ ਪੁਲਿਸ ਤੋਂ ਬਚੇ ਹੋਏ ਹਨ ਅਤੇ ਪਿੰਡਾਂ ਤੇ ਫੌਜਾਂ ਅੰਦਰ ਉਹਨਾਂ ਦੇ ਸੈਂਕੜੇ ਹਜ਼ਾਰਾਂ ਹਮੈਤੀ ਤੇ ਹਮਦਰਦ ਦਿਲਾਂ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਅਰਮਾਨ ਲੈ ਕੇ ਬੈਠੇ ਹੋਏ ਹਨ। ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਲਵਾਰਸ ਛੱਡ ਕੇ ਤੁਰ ਜਾਣਾ ਇਨਕਲਾਬੀ ਧਰਮ ਨਹੀਂ ਹੈ। ਇਹ ਸੋਚ ਕੇ ਉਹਨਾਂ ਨੇ ਅਗਾਂਹ ਜਾਣ ਦਾ ਵਿਚਾਰ ਛੱਡ ਦਿੱਤਾ ਤੇ ਜਿੰਨੀ ਪੈਰੀ ਆਏ ਸਨ ਉਨੀ ਪੈਰੀ ਵਾਪਸ ਚੱਲ ਪਏ। ਚੱਲਦੇ ਚਲਾਉਂਦੇ ਉਹ 2 ਮਾਰਚ ਨੂੰ ਸਰਗੋਧਾ ਜ਼ਿਲ੍ਹਾ ਦੇ ਚੱਕ ਨੰਬਰ 5 ਵਿੱਚ ਭਾਈ ਜਗਤ ਸਿੰਘ ਦੇ ਇੱਕ ਜਾਣੂ ਦੇ ਘਰ ਪਹੁੰਚ ਗਏ। ਇੱਥੇ ਵਿਲਸਨਪੁਰਾ ਫਾਰਮ ਤੇ ਫੌਜ ਦੇ 22 ਨੰਬਰ ਰਸਾਲੇ ਵਾਸਤੇ ਘੋੜੇ ਪਾਲੇ ਜਾਂਦੇ ਸਨ। ਖੁੱਲੇ ਡੁੱਲੇ ਮੈਦਾਨਾਂ ਅੰਦਰ ਘੋੜਿਆਂ ਦੀਆਂ ਦੌੜਾਂ ਲਗਾਈਆਂ ਜਾਂਦੀਆਂ ਸਨ ਅਤੇ ਜਵਾਨਾਂ ਨੂੰ ਘੋੜ ਸਵਾਰੀ ਦਾ ਅਭਿਆਸ ਕਰਾਇਆ ਜਾਂਦਾ ਸੀ। ਜਗਤ ਸਿੰਘ ਨੇ ਕੁਝ ਸਾਲ ਪਹਿਲਾਂ ਇਸੇ ਰਸਾਲੇ ਵਿੱਚ ਨੌਕਰੀ ਕੀਤੀ ਸੀ। ਉਸ ਦਾ ਉਸ ਵੇਲੇ ਦਾ ਇੱਕ ਮਿੱਤਰ ਰਜਿੰਦਰ ਸਿੰਘ ਪੈਨਸ਼ਨੀਆ ਇੱਥੇ ਰਹਿੰਦਾ ਸੀ। ਭਾਈ ਜਗਤ ਸਿੰਘ ਦਾ ਪਹਿਲਾਂ ਵੀ ਉਸ ਕੋਲ ਆਉਣ ਜਾਣ ਸੀ। ਉਹ 3 ਕੁ ਹਫ਼ਤੇ ਪਹਿਲਾਂ 10 ਫਰਵਰੀ ਨੂੰ ਰਜਿੰਦਰ ਸਿੰਘ ਕੋਲ ਆਇਆ ਸੀ ਅਤੇ ਕੁਝ ਸਿਪਾਹੀਆਂ ਨਾਲ ਬੈਠ ਕੇ ਬਗਾਵਤ ਬਾਰੇ ਵਿਚਾਰਾਂ ਕੀਤੀਆਂ ਸਨ। ਉਸ ਦਿਨ ਰਜਿੰਦਰ ਸਿੰਘ ਨੇ ਜਗਤ ਸਿੰਘ ਨਾਲ ਬੰਦੂਕਾਂ ਦੇਣ ਦਾ ਵਾਅਦਾ ਕੀਤਾ ਸੀ। ਉਹ ਇਹਨਾਂ ਬੰਦੂਕਾਂ ਦੀ ਝਾਕ ਵਿੱਚ ਹੀ ਇੱਥੇ ਆਏ ਸਨ। ਰਜਿੰਦਰ ਸਿੰਘ ਨੇ 21 ਫਰਵਰੀ ਨੂੰ ਲਾਇਲਪੁਰ ਵਿਖੇ
ਸਹਿਬਨ ਹੀ ਗੱਲਾਂ ਕਰਦਿਆਂ ਜਗਤ ਸਿੰਘ ਨਾਲ ਹੋਈ ਗੱਲ ਰਸਾਲਾਦਾਰ ਗੰਡਾ ਸਿੰਘ ਗੰਡੀਵਿੰਡ ਨਾਲ ਸਾਂਝੀ ਕਰ ਲਈ ਸੀ। ਰਸਾਲਦਾਰ ਦਿਲ ਦਾ ਕਾਲਾ ਸੀ। ਉਸ ਨੇ ਉਸੇ ਦਿਨ ਇਹ ਗੱਲ ਆਪਣੇ ਕਮਾਂਡਿੰਗ ਅਫਸਰ ਨੂੰ ਜਾ ਦੱਸੀ ਅਤੇ 28 ਫਰਵਰੀ ਨੂੰ ਸਰਗੋਧਾ ਦੇ ਐਸਪੀ ਕੋਲ ਵੀ ਚੁਗਲੀ ਕਰ ਦਿੱਤੀ। ਇਸ ਤਰ੍ਹਾਂ ਜਿਉਂ ਹੀ ਭਾਈ ਜਗਤ ਸਿੰਘ ਤੇ ਉਸ ਦੇ ਸਾਥੀ 2 ਮਾਰਚ ਨੂੰ ਰਜਿੰਦਰ ਸਿੰਘ ਕੋਲ ਪਹੁੰਚੇ, ਰਸਾਲਦਾਰ ਨੇ ਉਸੇ ਵੇਲੇ ਨੇੜੇ ਪੈਂਦੇ ਬੁੱਲੋਵਾਲ ਦੇ ਥਾਣੇ ਜਾ ਕੇ ਪੁਲਿਸ ਨੂੰ ਗਦਰੀਆਂ ਦੇ ਆਉਣ ਦੀ ਸੂਹ ਦੇ ਦਿੱਤੀ। ਇੰਸਪੈਕਟਰ ਅਹਿਮਦ ਖਾਨ ਤੇ ਥਾਣੇਦਾਰ ਸਦਰਦੀਨ ਨੇ ਉਸੇ ਵੇਲੇ ਪੁਲਿਸ ਪਾਰਟੀ ਲੈ ਕੇ ਰਜਿੰਦਰ ਸਿੰਘ ਦੇ ਘਰ ਜਾ ਛਾਪਾ ਮਾਰਿਆ। ਉਸ ਵੇਲੇ ਭਾਈ ਕਰਤਾਰ ਸਿੰਘ ਸਰਾਭਾ ਰਜਿੰਦਰ ਸਿੰਘ ਦੇ ਘਰ ਦੇ ਵਿਹੜੇ 'ਚ ਆਪਣੀ ਮੌਜ ਵਿੱਚ ਮੰਜੇ ਉੱਤੇ ਬੈਠਾ ਆਲੇ ਦੁਆਲੇ ਜੁੜੇ ਲੋਕਾਂ ਨੂੰ ਗਦਰ ਦੀ ਗੂੰਜ ਵਿੱਚੋਂ ਕਵਿਤਾ ਗਾ ਕੇ ਸੁਣਾ ਰਿਹਾ ਸੀ। ਉਸ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਪੁਲਿਸ ਨੇ ਅਚਾਨਕ ਉਸ ਨੂੰ ਘੇਰਾ ਪਾ ਲਿਆ। ਪੁਲਿਸ ਪੂਰੀ ਤਿਆਰੀ ਵਿੱਚ ਆਈ ਸੀ, ਇਸ ਕਰਕੇ ਫੁਰਤੀ ਨਾਲ 3 ਗਦਰੀਆਂ ਸੂਰਮਿਆਂ ਨੂੰ ਗ੍ਰਿਫਤਾਰ ਕਰ ਲਿਆ। ਗਦਰੀ ਸੂਰਮਿਆਂ ਨੇ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੂੰ ਅੰਗਰੇਜ਼ ਸਰਕਾਰ ਵਿਰੁੱਧ ਉੱਠ ਖੜੇ ਹੋਣ ਲਈ ਉੱਚੀ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ, ਪਰ ਪੁਲਿਸ ਉਹਨਾਂ ਨੂੰ ਉਸੇ ਵੇਲੇ ਬੁੱਲੋਵਾਲ ਦੇ ਥਾਣੇ ਵਿੱਚ ਲੈ ਗਈ। ਤੁਰਤ ਉੱਪਰਲੇ ਅਫਸਰਾਂ ਨੂੰ ਤਾਰ ਭੇਜ ਕੇ ਵੱਡੇ ਸ਼ਿਕਾਰ ਫੜ ਲੈਣ ਦੀ ਖੁਸ਼ਖਬਰੀ ਦੇ ਦਿੱਤੀ। ਇੱਕ ਰਾਤ ਬੁੱਲੋਵਾਲ ਦੇ ਥਾਣੇ ਵਿੱਚ ਰੱਖਣ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਸਰਗੋਧਾ ਤੋਂ ਰੇਲ ਗੱਡੀ ਵਿੱਚ ਲਾਹੌਰ ਲਿਜਾਇਆ ਗਿਆ। ਪੰਜਾਬ CID ਦਾ ਉੱਚੇ ਦਰਜੇ ਦਾ ਅਫਸਰ DIG ਟੌਮਕਿਨ ਉਹਨਾਂ ਨੂੰ ਲੈਣ ਲਈ ਆਪ ਰੇਲਵੇ ਸਟੇਸ਼ਨ ਤੇ ਗਿਆ। ਸਟੇਸ਼ਨ ਤੋਂ ਉਹਨਾਂ ਨੂੰ ਸਿੱਧਾ 9 ਲੱਖੇ ਥਾਣੇ ਵਿੱਚ ਲਿਜਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਸ ਵੇਲੇ ਅੱਧੀ ਰਾਤ ਲੰਘ ਗਈ ਸੀ ਅਤੇ ਮਾਰਚ ਦੀ 4 ਤਰੀਕ ਹੋ ਗਈ ਸੀ। ਪੁਲਿਸ ਮੁਲਾਜ਼ਮਾਂ ਨੂੰ ਥਾਣੇ ਵਿੱਚ ਨਵੇਂ ਆਉਣ ਵਾਲੇ ਮੁਲਜ਼ਮ ਦੀ ਹੈਸੀਅਤ ਦਾ ਘੱਟ ਅੰਦਾਜ਼ਾ ਹੋ ਜਾਂਦਾ ਹੈ। ਉਸ ਨੂੰ ਲੈ ਕੇ ਆਉਣ ਦੀ ਢੰਗ ਪ੍ਰਣਾਲੀ ਅਤੇ ਪੁਲਿਸ ਪਾਰਟੀ ਦੀ ਨਫਰੀ ਤੇ ਇਸ ਦੀ ਅਗਵਾਈ ਕਰਦੇ ਅਫਸਰ ਦੇ ਦਰਜੇ ਤੋਂ ਮੁਲਾਜ਼ਮ ਝੱਟ ਪਛਾਣ ਲੈਂਦੇ ਹਨ ਕਿ ਮੁਲਜ਼ਮ ਕਿੰਨਾ ਕੁ ਖਤਰਨਾਕ ਹੈ। ਜਿਸ ਵੇਲੇ ਭਾਈ ਕਰਤਾਰ ਸਿੰਘ ਸਰਾਭਾ ਤੇ ਉਸ ਦੇ 2 ਸਾਥੀਆਂ ਨੂੰ ਲਾਹੌਰ ਦੇ 9 ਲੱਖੇ ਥਾਣੇ ਵਿੱਚ ਲਿਜਾਇਆ ਗਿਆ ਸੀ ਤਾਂ ਉਸ ਵੇਲੇ ਭਾਈ ਪਰਮਾਨੰਦ ਲਾਹੌਰ ਨੂੰ ਵੀ ਉਸੇ ਥਾਣੇ ਵਿੱਚ ਰੱਖਿਆ ਹੋਇਆ ਸੀ। ਉਸ ਨੂੰ ਪੁਲਿਸ ਨੇ ਥੋੜੇ ਹੀ ਦਿਨ ਪਹਿਲਾਂ 25 ਫਰਵਰੀ ਨੂੰ ਘਰੋਂ ਗ੍ਰਿਫਤਾਰ ਕੀਤਾ ਸੀ। ਭਾਈ ਪਰਮਾਨੰਦ ਨੇ ਆਪਣੀ ਸਵੈ ਜੀਵਨੀ ਵਿੱਚ ਉਸ ਰਾਤ ਦਾ ਨਜ਼ਾਰਾ ਇਸ ਤਰ੍ਹਾਂ ਬਿਆਨ ਕੀਤਾ ਹੈ। ਰਾਤ ਨੂੰ ਥਾਣੇ ਵਿੱਚ ਬੜਾ ਤਰਥੱਲ ਮਚ ਗਿਆ ਸੀ। ਰੇਲਵੇ ਸਟੇਸ਼ਨ ਤੋਂ 3 ਆਦਮੀ ਗ੍ਰਿਫਤਾਰ ਕਰਕੇ ਥਾਣੇ ਵਿੱਚ ਲਿਆਂਦੇ ਗਏ ਸਨ। ਅੰਗਰੇਜ਼ ਪੁਲਿਸ ਅਫਸਰ ਉਹਨਾਂ ਦੇ ਨਾਲ ਸੀ। ਥਾਣੇ ਦੇ ਸਿਪਾਹੀ ਗੱਲਾਂ ਕਰ ਰਹੇ ਸਨ। ਡਿਪਟੀ ਇੰਸਪੈਕਟਰ ਜਨਰਲ ਟੌਮਕਿਨ ਆਪ ਉੱਥੇ ਹਾਜ਼ਰ ਸੀ। ਬਹੁਤ ਖਤਰਨਾਕ ਆਦਮੀ ਫੜ ਲਏ ਗਏ ਹਨ। ਉਹ ਜ਼ਰੂਰ ਹੀ ਖਤਰਨਾਕ ਸਨ, ਕਿਉਂਕਿ ਉਹ ਪਹਿਲੀ ਰਾਤ ਸੀ ਜਦੋਂ ਮੈਨੂੰ ਆਪਣੀ ਕੋਠੀ ਵਿੱਚੋਂ ਕੱਢ ਕੇ ਦੂਜੀ ਕੋਠੀ ਵਿੱਚ ਦੂਸਰੇ ਆਦਮੀਆਂ ਨਾਲ ਰੱਖਿਆ ਗਿਆ ਸੀ ਅਤੇ ਉਹਨਾਂ ਤਿੰਨਾਂ ਨੂੰ ਮੇਰੇ ਵਾਲੀ ਕੋਠੀ ਵਿੱਚ ਰੱਖਿਆ ਗਿਆ ਸੀ। ਉਹ ਖੁਸ਼ ਸਨ ਤੇ ਹੱਸ ਰਹੇ ਸਨ। ਉਹਨਾਂ ਵਿੱਚੋਂ ਇੱਕ ਜਣਾ ਟੌਮਕਿਨ ਨੂੰ ਉਸ ਦਾ ਨਾਮ ਲੈ ਕੇ ਹੀ ਬੁਲਾਉਂਦਾ ਸੀ। ਉਹ 18 ਸਾਲਾਂ ਦਾ ਨੌਜਵਾਨ ਸੀ। ਉਹਨਾਂ ਤਿੰਨਾਂ ਨੂੰ ਹੱਥ ਘੜੀਆਂ ਤੋਂ ਇਲਾਵਾ ਪੈਰਾਂ ਵਿੱਚ ਵੱਡੀਆਂ ਜ਼ੰਜੀਰਾਂ ਪਾ ਕੇ ਦਰਵਾਜ਼ੇ ਨਾਲ ਬੰਨ੍ਹ ਦਿੱਤਾ ਗਿਆ ਸੀ। ਅੱਧੀ ਰਾਤ ਲੰਘ ਗਈ ਸੀ। ਸਾਰੇ ਲੋਕ ਸੁੱਤੇ ਹੋਏ ਸਨ। ਪਹਿਰੇਦਾਰ ਵੀ ਆਰਾਮ ਕਰਨ ਲਈ ਬੈਠ ਗਏ। ਮੈਂ ਉੱਠ ਕੇ ਵੇਖਿਆ ਤਾਂ ਉਹਨਾਂ ਵਿੱਚੋਂ ਇੱਕ ਕਰਤਾਰ ਸਿੰਘ ਸੀ। ਮੈਂ ਇੱਕ ਵਾਰ ਉਸ ਨੂੰ ਅਮਰੀਕਾ ਵਿੱਚ ਵੇਖਿਆ ਸੀ। ਲਾਹੌਰ ਸਟੇਸ਼ਨ ਤੋਂ ਜਦ ਕਰਤਾਰ ਸਿੰਘ ਨੂੰ ਥਾਣੇ ਲਿਜਾਇਆ ਜਾ ਰਿਹਾ ਸੀ ਤਾਂ ਹੱਥ ਪੈਰ ਜ਼ੰਜੀਰਾਂ ਵਿੱਚ ਜਕੜੇ ਹੋਣ ਦੇ ਬਾਵਜੂਦ ਉਸ ਨੇ ਕਿਹਾ, ਮਿਸਟਰ ਟੌਮਕਿਨ, ਕੁਝ ਖਾਣ ਲਈ ਤਾਂ ਲਿਆ ਦੇ, ਭੁੱਖ ਲੱਗੀ ਹੈ। ਜੇਲ੍ਹ ਵਿੱਚ ਸੁਪਰਡੈਂਟ ਨੂੰ ਵੀ ਉਹ ਇਸੇ ਤਰ੍ਹਾਂ ਹੀ ਡਰ ਹੋ ਕੇ ਸਾਰੀ ਗੱਲ ਕਹਿ ਦਿੰਦਾ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫਰ ਨੂੰ 1923 ਵਿੱਚ ਲਾਹੌਰ ਜੇਲ੍ਹ ਅੰਦਰ ਉਸੇ ਕੋਠੜੀ ਵਿੱਚ ਬੰਦ ਕੀਤਾ ਗਿਆ ਸੀ ਜਿੱਥੇ 8 ਸਾਲ ਪਹਿਲਾਂ ਸਰਾਭੇ ਨੂੰ ਰੱਖਿਆ ਗਿਆ ਸੀ। ਉੱਥੇ ਪੁਰਾਣੇ ਕੈਦੀਆਂ ਨੇ ਉਸ ਨੂੰ ਸਰਾਭੇ ਦੇ ਜੇਲ੍ਹ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਬਾਅਦ ਵਿੱਚ ਮੁਸਾਫਰ ਜੀ ਨੇ ਉਹ ਗੱਲਾਂ ਚਿਤਾਰਦਿਆਂ ਲਿਖਿਆ, ਇੱਕ ਬੁੱਢੇ ਪਠਾਨ ਕੈਦੀ ਨੇ ਮੈਨੂੰ ਗੱਲ ਸੁਣਾਈ ਕਿ ਇੱਕ ਵਾਰ ਕਰਤਾਰ ਸਿੰਘ ਨੇ ਕਿਸੇ ਗੱਲੋਂ ਜੇਲ੍ਹ ਵਾਲਿਆਂ ਨਾਲ ਨਾਰਾਜ਼ ਹੋ ਕੇ ਇਸੇ ਕੋਠੀ ਵਿੱਚ ਰੋਟੀ ਖਾਣੀ ਛੱਡ ਦਿੱਤੀ। ਕਰਤਾਰ ਸਿੰਘ ਇੰਨਾ ਜੋਸ਼ੀਲਾ ਜਵਾਨ ਸੀ ਕਿ ਭੁੱਖ ਹੜਤਾਲ ਨੇ ਉਸ ਦੇ ਜੋਸ਼ ਖਰੋਸ਼ ਵਿੱਚ ਫਰਕ ਨਾ ਆਉਣ ਦਿੱਤਾ। ਜਦ ਵੀ ਜੇਲ੍ਹ ਦਾ ਸਾਹਿਬ ਉਸ ਦੀ ਕੋਠੀ ਅੱਗੇ ਆਵੇ
ਉਹ ਦਮਗਜ਼ੇ ਨਾਲ ਗੱਲਾਂ ਕਰਦਾ। ਕੋਈ 6ਵੇਂ ਦਿਨ ਸਾਹਿਬ ਨੇ ਤਾਨਾ ਮਾਰਿਆ ਕਿ ਜਿਸ ਬੰਦੇ ਨੇ 6 ਦਿਨ ਰੋਟੀ ਨਾ ਖਾਧੀ ਹੋਵੇ ਉਸ ਦਾ ਦਮਖਮ ਇਸ ਤਰ੍ਹਾਂ ਕਾਇਮ ਨਹੀਂ ਰਹਿੰਦਾ। ਕਰਤਾਰ ਸਿੰਘ ਨੇ ਸਾਹਿਬ ਦੀ ਗੱਲ ਸੁਣ ਕੇ 6 ਦਿਨਾਂ ਦੀਆਂ 24 ਰੋਟੀਆਂ 3 ਥੱਬੀਆਂ ਵਿੱਚ ਚੁੱਕ ਕੇ ਸਾਹਿਬ ਦੇ ਮੂੰਹ ਤੇ ਮਾਰ ਦਿੱਤੀਆਂ। ਬੁੱਢਾ ਪਠਾਨ ਜਦ ਗੱਲ ਸੁਣਾਉਂਦਾ ਸੀ ਤਾਂ ਉਸ ਦਾ ਚਿਹਰਾ ਲਾਲ ਹੋ ਜਾਂਦਾ ਸੀ। ਇਸ ਪਠਾਨ ਨੇ ਮੈਨੂੰ ਮੱਥਰਾ ਸਿੰਘ ਤੇ ਹੋਰ ਫਾਂਸੀ ਚੜ੍ਹਨ ਵਾਲਿਆਂ ਦੀਆਂ ਵੀ ਬਹੁਤ ਗੱਲਾਂ ਸੁਣਾਈਆਂ। ਕਿਸੇ ਹਾਲਤ ਵਿੱਚ ਵੀ ਕਰਤਾਰ ਸਿੰਘ ਸਰਾਭਾ ਦੇ ਜੋਸ਼ ਵਿੱਚ ਕਮੀ ਨਹੀਂ ਆਈ। ਵੈਸੇ ਉਹ ਹਰ ਵੇਲੇ ਪ੍ਰਸੰਨ ਰਹਿਣ ਵਾਲਾ ਨੌਜਵਾਨ ਸੀ। ਗ੍ਰਿਫਤਾਰ ਹੋਣ ਵਾਲੇ ਉਹ ਪੁਲਿਸ ਕਪਤਾਨ ਟਾਮਕਿਨ ਨਾਲ ਮਖੌਲ ਕਰਦਾ ਸੀ ਤੇ ਕਹਿੰਦਾ ਸੀ, ਹੁਣ ਸਾਡੀ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਹੈ, ਸਾਨੂੰ ਕੁਝ ਖਿਲਾ ਪਿਲਾ। ਸਰਾਭੇ ਦੇ ਜੀਵਨ ਦੀ ਇਹ ਗੱਲ ਸੁਣ ਕੇ ਮੈਨੂੰ ਭਾਈ ਵੀਰ ਸਿੰਘ ਦਾ ਇੱਕ ਬੜਾ ਢੁਕਵਾਂ ਬੰਦ ਚੇਤੇ ਆਇਆ। ਹੋਵਾਂ ਕੈਦ ਪਿੰਜਰੇ ਤੇਰੇ, ਪਿੰਜਰਾ ਤੂੰ ਨਿਜ ਹੱਥ ਫੜੇ, ਚਾਈ ਫਿਰੇ ਤੂੰ ਕੈਦੀ ਆਪਣਾ, ਕੈਦੀ ਖੁਸ਼ ਹੋ ਹੱਸੇ ਖਿੜੇ। ਫਿਕਰਾਨੇ ਪਏ ਸਿਆਦ ਨੂੰ, ਕੁੱਛੜ ਰਹਿੰਦਿਆਂ ਅਸੀਂ ਚੜੇ। ਅਸਫਲਤਾ ਮੂਹਰੇ ਈਨ ਨਹੀਂ ਮੰਨੀ। 19 ਫਰਵਰੀ ਦੀ ਰਾਤ ਨੂੰ ਬਗਾਵਤ ਕਰਨ ਦੀ ਕੋਸ਼ਿਸ਼ ਅਸਫਲ ਹੋ ਜਾਣ ਤੋਂ ਬਾਅਦ ਵੀ ਗਦਰੀ ਸੰਗਰਾਮੀਆਂ ਨੇ ਹਾਰ ਨਹੀਂ ਮੰਨੀ ਸੀ। ਉਹਨਾਂ ਦੇ ਜੇਰੇ ਪਹਾੜਾਂ ਜਿੱਡੇ ਤੇ ਇਰਾਦੇ ਚਟਾਨਾਂ ਵਰਗੇ ਮਜ਼ਬੂਤ ਸਨ। ਉਹਨਾਂ ਵਿੱਚੋਂ ਬਹੁਤੇ ਅਗਲੇ ਦਿਨ ਹੀ ਫਿਰ ਲੱਕ ਬੰਨ੍ਹ ਕੇ ਕੰਮ ਵਿੱਚ ਜੁਟ ਗਏ ਸਨ। ਭਾਈ ਪ੍ਰੇਮ ਸਿੰਘ ਤਾਂ 22 ਫਰਵਰੀ ਨੂੰ ਹੀ ਦੁਬਾਰਾ ਮੀਆਂ ਮੀਰ ਛਾਉਣੀ ਵਿੱਚ ਚਲਾ ਗਿਆ ਸੀ ਅਤੇ 23ਵੇਂ ਰਸਾਲੇ ਦੇ ਜਵਾਨਾਂ ਨਾਲ ਅਗਲੀਆਂ ਵਿਉਂਤਾਂ ਬਣਾਉਣ ਲੱਗ ਪਿਆ ਸੀ। ਉਹ ਲਗਭਗ 1 ਹਫ਼ਤਾ ਹਰ ਰੋਜ਼ ਨੇਮ ਨਾਲ ਛਾਉਣੀ ਵਿੱਚ ਜਾ ਕੇ ਸਿਪਾਹੀਆਂ ਨਾਲ ਮੀਟਿੰਗਾਂ ਕਰਦਾ ਰਿਹਾ। ਰਸਾਲੇ ਦੇ ਅਫਸਰਾਂ ਨੂੰ ਖਾਣੇ ਦੇ ਸਮੇਂ ਇਕੱਠਿਆਂ ਉੱਤੇ ਬੰਬ ਸੁੱਟ ਕੇ ਮਾਰਨ ਦੀ ਤਜਵੀਜ਼ ਵਿਚਾਰੀ ਗਈ। ਇਸ ਵਾਸਤੇ ਰਸਾਲੇ ਦੀਆਂ ਬੈਰਕਾਂ ਵਿੱਚ ਹੀ ਬੰਬ ਬਣਾਏ ਗਏ ਅਤੇ ਕੋਟ ਲਖਪਤ ਦੀ ਰੇਲਵੇ ਲਾਈਨ ਲਾਗੇ ਇੱਕ ਬੰਬ ਚਲਾ ਕੇ ਟੈਸਟ ਵੀ ਕਰ ਲਿਆ ਗਿਆ ਸੀ। ਪਰ ਕੋਈ ਅੜਿੱਕਾ ਪੈ ਜਾਣ ਕਰਕੇ ਇਹ ਤਜਵੀਜ਼ ਨੇਪਰੇ ਨਾ ਚੜ ਸਕੀ। ਉਸ ਨੇ ਇਸੇ ਦੌਰਾਨ ਕਿਰਪਾਲ ਸਿੰਘ ਨੂੰ ਉਸ ਦੀ ਗਦਾਰੀ ਦੀ ਸਜ਼ਾ ਦੇਣ ਲਈ ਕਈ ਤਰਕੀਬਾਂ ਬਣਾਈਆਂ, ਪਰ ਕਿਰਪਾਲ ਸਿੰਘ ਬਹੁਤ ਚੁਕੰਨਾ ਹੋ ਚੁੱਕਾ ਸੀ ਅਤੇ ਹਰ ਵੇਲੇ ਪੁਲਿਸ ਦੀ ਸੁਰੱਖਿਆ ਵਿੱਚ ਰਹਿੰਦਾ ਸੀ। ਇਸ ਕਰਕੇ ਭਾਈ ਪ੍ਰੇਮ ਸਿੰਘ ਦੇ ਦਿਲ ਦੀ ਇਹ ਤਮੰਨਾ ਪੂਰੀ ਨਾ ਹੋ ਸਕੀ। ਮੁਕੱਦਮੇ ਦੌਰਾਨ ਜਦ ਭਾਈ ਪ੍ਰੇਮ ਸਿੰਘ ਦੇ 19 ਫਰਵਰੀ ਦੀ ਨਿਰਾਸ਼ਾਜਨਕ ਅਸਫਲਤਾ ਤੋਂ ਬਾਅਦ ਵੀ ਮੀਆਂ ਮੀਰ ਛਾਉਣੀ ਅੰਦਰ ਨਿਧੜਕ ਹੋ ਕੇ ਲਗਾਤਾਰ ਆਉਂਦੇ ਜਾਂਦੇ ਰਹਿਣ ਬਾਰੇ ਗਵਾਹੀਆਂ ਹੋਈਆਂ ਤਾਂ ਜੱਜ ਉਸ ਦੀ ਇਸ ਨਿਡਰਤਾ ਤੋਂ ਹੈਰਾਨ ਰਹਿ ਗਏ ਸਨ। ਗਦਰੀ ਸੰਗਰਾਮੀਆਂ ਨੇ 19 ਫਰਵਰੀ ਦੀ ਕੋਸ਼ਿਸ਼ ਨਾਕਾਮ ਹੋ ਜਾਣ ਤੋਂ ਬਾਅਦ ਉਸੇ ਵੇਲੇ ਅਸਲੇਖਾਨੇ ਲੁੱਟਣ ਅਤੇ ਪੁਲਾਂ ਉੱਤੇ ਤੈਨਾਤ ਗਾਰਦਾਂ ਕੋਲੋਂ ਹਥਿਆਰ ਖੋਹਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਈ ਗਾਂਧਾ ਸਿੰਘ ਤੇ ਭਾਈ ਉੱਤਮ ਸਿੰਘ ਹਾਂਸ ਨੇ 19 ਫਰਵਰੀ ਨੂੰ ਫਿਰੋਜ਼ਪੁਰ ਤੋਂ ਨਿਰਾਸ਼ ਮੁੜਦੇ ਹੋਏ ਅਗਲੇ ਹੀ ਦਿਨ ਦੁਰਾਹੇ ਦੇ ਪੁਲ ਤੋਂ ਗਾਰਦ ਕੋਲੋਂ ਰਾਈਫਲਾਂ ਖੋਹਣ ਦੀ ਪਲਾਨ ਬਣਾ ਲਈ ਸੀ। ਉਹਨਾਂ ਨੇ ਉੱਥੇ ਹੀ ਵਰਕਰਾਂ ਨੂੰ ਅਗਲੀ ਰਾਤ ਦੁਰਾਹੇ ਦੇ ਪੁਲ ਦੇ ਨੇੜੇ ਇਕੱਠੇ ਹੋਣ ਲਈ ਸੁਨੇਹੇ ਦੇ ਦਿੱਤੇ ਸਨ। ਮਿੱਥੇ ਪ੍ਰੋਗਰਾਮ ਅਨੁਸਾਰ ਲਗਭਗ 20 ਗਦਰੀ 21 ਦੀ ਰਾਤ ਨੂੰ ਦੁਰਾਹੇ ਦੇ ਨੇੜੇ ਮਿੱਥੀ ਜਗ੍ਹਾ ਤੇ ਇਕੱਠੇ ਹੋਏ। ਉਹਨਾਂ ਪਾਸ ਬੰਬ ਸਨ ਅਤੇ ਇਹਨਾਂ ਨਾਲ ਹੀ ਗਾਰਦ ਉੱਤੇ ਹਮਲਾ ਕਰਨ ਦੀ ਵਿਉਂਤ ਸੀ। ਉਸ ਰਾਤ ਉਹਨਾਂ ਨੇ ਪਹਿਲਾਂ ਇੱਕ ਬੰਬ ਚਲਾ ਕੇ ਟੈਸਟ ਵੀ ਕਰ ਲਿਆ ਸੀ। ਉਸ ਰਾਤ ਤਾਂ ਉਹਨਾਂ ਇਲਾਕੇ ਦੀ ਰੈਕੀ ਹੀ ਕੀਤੀ। ਅਗਲੇ ਦਿਨ 22 ਫਰਵਰੀ ਦੀ ਰਾਤ ਨੂੰ ਹਮਲਾ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ 22 ਦੀ ਰਾਤ ਨੂੰ ਜਦ ਪੁਲ ਦੇ ਨੇੜੇ ਜਾ ਕੇ ਵੇਖਿਆ ਤਾਂ ਗਾਰਦ ਰਫਲਾਂ ਤਾਣ ਕੇ ਚੁਕੰਨੀ ਹੋਈ ਖੜੀ ਸੀ। 19 ਫਰਵਰੀ ਤੋਂ ਬਾਅਦ ਸਾਰੀਆਂ ਥਾਵਾਂ ਤੇ ਗਾਰਦਾਂ ਦੀ ਨਫਰੀ ਵਿੱਚ ਵੀ ਇਜ਼ਾਫਾ ਕਰ ਦਿੱਤਾ ਗਿਆ ਸੀ। ਅਜਿਹੀ ਹਾਲਤ ਵਿੱਚ ਬੰਬਾਂ ਨਾਲ ਹਮਲਾ ਕਰਨ ਦੀ ਵਿਉਂਤ ਕਮਜ਼ੋਰ ਨਜ਼ਰ ਆਈ। ਇਸ ਕਰਕੇ ਉਸ ਰਾਤ ਹਮਲੇ ਦੀ ਸਕੀਮ ਮੁਲਤਵੀ ਕਰ ਦਿੱਤੀ ਗਈ ਅਤੇ ਥੋੜੇ ਦਿਨਾਂ ਬਾਅਦ ਹੋਰ ਤਿਆਰੀ ਕਰਕੇ ਹੱਲਾ ਬੋਲਣ ਦਾ ਫੈਸਲਾ ਕੀਤਾ ਗਿਆ। ਉਧਰ ਦੁਆਬੇ ਦੇ ਗਦਰੀਆਂ ਨੇ 5 ਜੂਨ ਨੂੰ ਕਪੂਰਥਲਾ ਦਾ ਅਸਲਾਖਾਨਾ ਲੁੱਟਣ ਦੀ ਯੋਜਨਾ ਬਣਾਈ ਸੀ। ਇਸ ਮੰਤਵ ਲਈ ਬੰਦੇ ਇਕੱਠੇ ਵੀ ਹੋ ਗਏ ਸਨ, ਪਰ ਤਿਆਰੀ ਘੱਟ ਹੋਣ ਕਰਕੇ 5 ਦੀ ਥਾਂ 12 ਜੂਨ ਨੂੰ ਕਾਰਵਾਈ ਕਰਨ ਦਾ ਨਿਰਣਾ ਕੀਤਾ ਗਿਆ। ਇਸੇ ਦੌਰਾਨ ਭਾਈ ਪ੍ਰੇਮ ਸਿੰਘ ਸੁਰ ਸਿੰਘੀ ਨੇ ਸੁਝਾਅ ਦਿੱਤਾ ਕਿ 12 ਜੂਨ ਤੋਂ ਪਹਿਲਾਂ ਅੰਮ੍ਰਿਤਸਰ ਵੱਲਾ ਪਿੰਡ ਦੇ ਨੇੜੇ ਨਹਿਰ ਦੇ ਪੁਲ ਤੇ ਤੈਨਾਤ ਗਾਰਦ ਪਾਸੋਂ ਅਸਲਾ ਲੁੱਟ ਲਿਆ ਜਾਵੇ। ਇਸ ਮੁਤਾਬਕ 94 ਗਦਰੀਆਂ ਦਾ ਇੱਕ ਜਥਾ
11 ਜੂਨ ਨੂੰ ਬੱਲਾ ਪੁਲ ਨੇੜੇ ਸ਼ਹਿ ਲਾ ਕੇ ਬੈਠ ਗਿਆ ਅਤੇ ਸਵੇਰੇ 4 ਵਜੇ ਦੇ ਕਰੀਬ ਹਮਲਾ ਕਰਕੇ ਪਹਿਰੇ ਤੇ ਖੜੇ ਸੰਤਰੀ ਨੂੰ ਗੋਲੀ ਮਾਰ ਕੇ ਪਾਰ ਬੁਲਾ ਦਿੱਤਾ ਅਤੇ ਇੱਕ ਹਵਾਲਦਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਫੌਜੀਆਂ ਦੀਆਂ ਰਾਈਫਲਾਂ ਦੇ ਨਾਲ ਹੀ ਵਰਦੀਆਂ ਵੀ ਲਾ ਲਈਆਂ। ਰੌਲਾ ਪੈ ਜਾਣ ਤੇ ਪੁਲਿਸ ਵੀ ਸਰਗਰਮ ਹੋ ਗਈ। ਪੁਲਿਸ ਨੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਗਦਰੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗਦਰੀ 2 ਟੋਲੀਆਂ ਵਿੱਚ ਵੰਡੇ ਗਏ ਸਨ। ਇੱਕ ਟੋਲੀ ਜੰਡਿਆਲੇ ਬਿਆਸ ਤੇ ਕਰਤਾਰਪੁਰ ਥਾਣੀ ਕਪੂਰਥਲਾ ਵੱਲ ਚਲੀ ਗਈ। ਦੂਸਰੀ ਟੋਲੀ, ਜਿਸ ਵਿੱਚ ਲਗਭਗ 6 ਗਦਰੀ ਸਨ, ਨਹਿਰੇ ਨਹਿਰ ਤੁਰਦੀ ਤਰਨਤਾਰਨ ਵੱਲ ਨਿਕਲ ਗਈ। ਪਹਿਲੀ ਟੋਲੀ ਦਾ ਤਾਂ ਪੁਲਿਸ ਨੂੰ ਪਤਾ ਨਾ ਲੱਗਿਆ, ਪਰ ਇਸ ਟੋਲੀ ਦਾ ਪਤਾ ਲੱਗ ਗਿਆ। ਪੁਲਿਸ ਨੇ ਪਿੰਡਾਂ ਵਿੱਚੋਂ ਆਪਣੇ ਝੋਲੀ ਚੁੱਕਾਂ ਨੂੰ ਇਕੱਠੇ ਕਰ ਲਿਆ। ਉਹਨਾਂ ਨੇ ਇਹਨਾਂ ਗਦਰੀਆਂ ਦਾ ਪਿੱਛਾ ਕਰਦਿਆਂ ਉਹਨਾਂ ਉੱਤੇ ਹਮਲਾ ਕਰ ਦਿੱਤਾ। ਅੱਗੋਂ ਗਦਰੀਆਂ ਕੋਲ ਵੀ ਫੌਜੀਆਂ ਕੋਲੋਂ ਖੋਹੀਆਂ ਰਾਈਫਲਾਂ ਸਨ, ਇਸ ਕਰਕੇ ਉਹਨਾਂ ਨੇ ਵੀ ਮੂਹਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗਦਰੀ ਤਰਨਤਾਰਨ ਲੰਘ ਕੇ ਭਿੱਖੀਵਿੰਡ ਵੱਲ ਨਿਕਲ ਤੁਰੇ, ਪਰ ਪੁਲਿਸ ਦੇ ਵਾਹਰ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਪਲਾਸੌਰ ਪਿੰਡ ਤੱਕ ਦੋਵਾਂ ਧਿਰਾਂ ਵਿਚਕਾਰ ਗੋਲੀਆਂ ਚੱਲਦੀਆਂ ਰਹੀਆਂ। ਇੱਥੋਂ ਗਦਰੀਆਂ ਨੇ ਆਪਣੀ ਦਿਸ਼ਾ ਬਦਲ ਲਈ ਅਤੇ ਦੁਆਬੇ ਵੱਲ ਨਿਕਲਣ ਦੀ ਵਿਉਂਤ ਬਣਾਈ। ਉਹ ਪਲਾਸੌਰ ਤੋਂ ਲੜਦੇ ਲੜਾਉਂਦੇ ਬਿਆਸ ਦਰਿਆ ਦੇ ਗੋਇੰਦਵਾਲ ਦੇ ਪੱਤਣ ਉੱਤੇ ਜਾ ਅੱਪੜੇ। ਗਦਰੀ ਸੂਰਮੇ ਮਲਾਹ ਦੀ ਬੇੜੀ ਉੱਤੇ ਚੜ੍ਹ ਕੇ ਦਰਿਆ ਵਿੱਚ ਠਿੱਲ ਪਏ। ਪੁਲਿਸ ਨੇ ਕੰਢੇ ਤੇ ਖਲੋ ਕੇ ਬੇੜੀ ਉੱਤੇ ਗੋਲੀਆਂ ਦੀ ਵਾਛੜ ਕਰ ਦਿੱਤੀ, ਜਿਸ ਨਾਲ ਵਿਚਾਰਾ ਮਲਾਹ ਮਾਰਿਆ ਗਿਆ। 12 ਜੂਨ ਦੀ ਸ਼ਾਮ ਹੋ ਗਈ ਸੀ ਅਤੇ ਗਦਰੀਆਂ ਨੂੰ ਲੜਦਿਆਂ ਤੇ ਤੁਰਦਿਆਂ ਤਕਰੀਬਨ 24 ਘੰਟੇ ਹੋ ਗਏ ਸਨ। ਉਹ ਪੁਲਿਸ ਦੀਆਂ ਗੋਲੀਆਂ ਤੋਂ ਬਚਦੇ ਬਚਾਉਂਦੇ ਦਰਿਆ ਪਾਰ ਕਰ ਗਏ ਅਤੇ ਗੋਇੰਦਵਾਲ ਤੋਂ ਕਪੂਰਥਲੇ ਵੱਲ ਨਿਕਲ ਗਏ। ਪੁਲਿਸ ਨੇ ਉਸੇ ਵੇਲੇ ਕਪੂਰਥਲੇ ਦੀ ਪੁਲਿਸ ਨੂੰ ਤਾਰਾਂ ਦੇ ਦਿੱਤੀਆਂ। ਇਸੇ ਦੌਰਾਨ ਇਨਕਲਾਬੀ ਸੂਰਮੇ ਰਾਤ ਨੂੰ ਬੇਲੇ ਦੇ ਸਰਕੜਿਆਂ ਵਿੱਚ ਵੜ ਗਏ। ਥੋੜਾ ਸਾਹ ਲੈਣ ਤੋਂ ਬਾਅਦ ਉਹਨਾਂ ਆਪਣੀਆਂ ਰਾਈਫਲਾਂ ਤੇ ਗੋਲੀ ਗੱਠਾ ਝੱਲ ਵਿੱਚ ਦੱਬ ਦਿੱਤਾ ਤੇ ਆਪ ਦਿਨ ਚੜ੍ਹਦਿਆਂ ਹੀ ਲਾਗਲੇ ਪਿੰਡਾਂ ਵਿੱਚ ਕੁਝ ਖਾਣ ਪੀਣ ਦਾ ਇੰਤਜ਼ਾਮ ਕਰਨ ਲਈ ਨਿਕਲ ਗਏ। ਪਰ ਪੁਲਿਸ ਨੇ ਲਾਗਲੇ ਪਿੰਡਾਂ ਵਿੱਚ ਵੀ ਆਪਣੇ ਝੋਲੀ ਚੁੱਕਾਂ ਨੂੰ ਚੁਕੰਨੇ ਕੀਤਾ ਹੋਇਆ ਸੀ, ਜਿਸ ਕਰਕੇ ਇਹਨਾਂ ਗਦਰੀ ਯੋਧਿਆਂ ਚੋਂ 4 ਜਣੇ, ਭਾਈ ਚੰਨਣ ਸਿੰਘ, ਭਾਈ ਕਾਲਾ ਸਿੰਘ, ਭਾਈ ਹਰਨਾਮ ਸਿੰਘ ਤੇ ਭਾਈ ਆਤਮਾ ਸਿੰਘ, ਖਾਲੀ ਹੱਥ ਹੋਣ ਕਰਕੇ ਝੱਲ ਦੇ ਕੰਢੇ ਇੱਕ ਪਿੰਡ ਵਿੱਚੋਂ ਫੜੇ ਗਏ। ਭਾਈ ਜਵੰਦ ਸਿੰਘ ਤੇ ਭਾਈ ਬੰਤਾ ਸਿੰਘ ਉਥੋਂ ਤਾਂ ਨਿਕਲ ਗਏ, ਪਰ ਭਾਈ ਬੰਤਾ ਸਿੰਘ 10-11 ਦਿਨਾਂ ਬਾਅਦ 25 ਜੂਨ ਨੂੰ ਹੁਸ਼ਿਆਰਪੁਰ ਦੇ ਜੌੜੇ ਨਾਂ ਦੇ ਪਿੰਡ ਵਿੱਚੋਂ ਫੜੇ ਗਏ। ਇਹਨਾਂ 5 ਸੂਰਬੀਰਾਂ ਨੂੰ ਲਾਹੌਰ ਦੇ ਸਪੈਸ਼ਲ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਅਤੇ ਭਾਈ ਬੰਤਾ ਸਿੰਘ ਨੂੰ ਛੱਡ ਕੇ ਬਾਕੀ 4 ਸਿੰਘਾਂ ਨੂੰ 21 ਜੁਲਾਈ ਨੂੰ ਲਾਹੌਰ ਜੇਲ੍ਹ ਅੰਦਰ ਫਾਂਸੀਆਂ ਤੇ ਲਟਕਾ ਦਿੱਤਾ ਗਿਆ। ਭਾਈ ਬੰਤਾ ਸਿੰਘ ਨੂੰ ਬਾਅਦ ਵਿੱਚ 12 ਅਗਸਤ ਨੂੰ ਫਾਂਸੀ ਦਿੱਤੀ ਗਈ। ਵੱਲਾ ਪੁਲ ਦਾ ਇਹ ਸ਼ਹੀਦੀ ਸਾਕਾ ਗਦਰੀ ਇਨਕਲਾਬੀਆਂ ਦੇ ਹੌਸਲੇ, ਸਿਦਕ ਤੇ ਸੂਰਮਗਤੀ ਦੀ ਟਕਸਾਲੀ ਉਦਾਹਰਣ ਹੈ। ਉਧਰ ਕਪੂਰਥਲੇ ਦੇ ਹਾਕਮਾਂ ਨੂੰ ਗਦਰੀਆਂ ਦੇ 5 ਜੂਨ ਨੂੰ ਅਸਲਾਖਾਨਾ ਲੁੱਟਣ ਲਈ ਹੋਏ ਇਕੱਠ ਦੀ ਸੂਹ ਮਿਲ ਗਈ ਸੀ। ਹਾਕਮਾਂ ਨੇ ਗਦਰੀਆਂ ਦੀਆਂ ਪੈੜਾਂ ਦੇ ਨਿਸ਼ਾਨਾਂ ਤੋਂ ਉਹਨਾਂ ਦੇ ਟਿਕਾਣਿਆਂ ਦਾ ਪਤਾ ਲਾਉਣ ਲਈ ਖੋਜੀ ਲਾ ਦਿੱਤੇ। ਖੋਜੀਆਂ ਨੇ 7 ਬੰਦਿਆਂ ਦਾ ਖੁਰਾ ਕਰਤਾਰਪੁਰ ਨੂੰ ਤੋੜ ਦਿੱਤਾ। ਅੱਗੇ ਜਾ ਕੇ ਖੁਰਾ ਰਲ ਗਿਆ, ਜਿਸ ਕਰਕੇ ਉਹਨਾਂ ਗਦਰੀਆਂ ਦਾ ਬਚਾਅ ਹੋ ਗਿਆ। 3 ਬੰਦਿਆਂ ਦੀਆਂ ਪੈੜਾਂ ਜਲੰਧਰ ਛਾਉਣੀ ਵੱਲ ਜਾਂਦੀਆਂ ਮਿਲ ਗਈਆਂ, ਪਰ ਥੋੜੀ ਹੀ ਦੂਰ ਜਾ ਕੇ ਉਹ ਪੈੜਾਂ ਵੀ ਰੁਲ ਗਈਆਂ। 4 ਬੰਦਿਆਂ ਦੀਆਂ ਪੈੜਾਂ ਕਾਲਾ ਸੰਘਿਆ ਪਿੰਡ ਵੱਲ ਨੂੰ ਜਾਂਦੀਆਂ ਮਿਲ ਗਈਆਂ। ਪੁਲਿਸ ਇਹਨਾਂ ਪੈੜਾਂ ਦਾ ਪਿੱਛਾ ਕਰਦੀ ਕਾਲਾ ਸੰਘਿਆਂ ਦੇ ਕੋਲੋਂ ਲੰਘ ਕੇ ਚਿੱਟੀ ਪਿੰਡ ਦੇ ਗੁਰਦੁਆਰੇ ਜਾ ਪੜੀ। ਉੱਥੋਂ 4 ਗਦਰੀ, ਭਾਈ ਬੂਟਾ ਸਿੰਘ ਅਕਾਲਗੜ੍ਹੀਆ, ਭਾਈ ਵੀਰ ਸਿੰਘ ਬਾਹੋਵਾਲ, ਭਾਈ ਅਰਜਨ ਸਿੰਘ ਜਗਰਾਉਂ ਤੇ ਭਾਈ ਕਪੂਰ ਸਿੰਘ ਕੌਂਕੇ ਗੁਰਦੁਆਰੇ ਅੰਦਰ ਆਰਾਮ ਕਰਦੇ ਫੜ ਲਏ ਗਏ। ਗਦਰੀਆਂ ਨੇ ਗਾਰਦਾਂ ਕੋਲੋਂ ਅਸਲਾ ਖੋਹ ਕੇ ਜਾਂ ਅਸਲੇ ਖਾਨੇ ਲੁੱਟ ਕੇ ਵੱਡੀ ਤਿਆਰੀ ਨਾਲ ਲਾਹੌਰ ਦੀ ਜੇਲ੍ਹ ਉੱਤੇ ਹਮਲਾ ਕਰਕੇ ਆਪਣੇ ਸਾਥੀ ਆਜ਼ਾਦ ਕਰਾਉਣ ਬਾਰੇ ਸੋਚਿਆ ਸੀ, ਪਰ ਉਪਰੋਕਤ ਗ੍ਰਿਫਤਾਰੀਆਂ ਕਰਕੇ ਗਦਰੀਆਂ ਦੀ ਇਹ ਸਕੀਮ ਨੇਪਰੇ ਨਾ ਚੜ੍ਹ ਸਕੀ। ਹੌਲੀ ਹੌਲੀ ਦੂਸਰੇ ਗਦਰੀ ਵੀ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਗਏ। ਸੁੱਚਾ ਸਿੰਘ 19 ਫਰਵਰੀ ਨੂੰ ਬਗਾਵਤ ਕਰਾਉਣ ਲਈ ਮੇਠ ਗਿਆ ਸੀ, ਪਰ ਜਦ ਉਸ ਨੂੰ ਪਤਾ ਲੱਗਾ ਕਿ ਲਾਹੌਰ ਤੇ ਫਿਰੋਜ਼ਪੁਰ ਅੰਦਰ ਬਗਾਵਤ ਕਰਨ ਦੇ ਯਤਨ ਅਸਫਲ ਹੋ ਗਏ ਸਨ, ਤਾਂ ਉਹ 21 ਫਰਵਰੀ ਨੂੰ ਉਸੇ ਵੇਲੇ ਲੁਧਿਆਣੇ ਪਹੁੰਚ ਗਿਆ ਅਤੇ ਆਉਂਦਿਆਂ ਹੀ ਹੋਸਟਲ ਜਾ ਕੇ ਉਸਨੇ ਆਪਣੇ ਕਮਰੇ ਦੀ
ਸਫਾਈ ਕਰਕੇ ਸਾਰੇ ਸਬੂਤ ਟਿਕਾਣੇ ਲਾ ਦਿੱਤੇ। ਉਹ 23 ਫਰਵਰੀ ਨੂੰ ਫੜਿਆ ਗਿਆ। ਉਧਰ ਵਿਸ਼ਨੂੰ ਗਣੇਸ਼ ਪਿਗਲੇ ਨੇ 19 ਦੀ ਅਸਫਲਤਾ ਤੋਂ ਬਾਅਦ ਮੇਠ ਜਾ ਕੇ ਮੁੜ ਪੂਰੇ ਜੋਸ਼ ਖਰੋਸ਼ ਨਾਲ ਬਗਾਵਤ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ 12ਵੇਂ ਰਸਾਲੇ ਦੇ ਜਮਾਦਾਰ ਨਾਦਰ ਖਾਨ ਦਾ ਮਨ ਖੋਟਾ ਹੋ ਗਿਆ ਸੀ ਅਤੇ ਉਸਨੇ ਪਿਗਲੇ ਨੂੰ 23 ਤੇ 24 ਮਾਰਚ ਦੀ ਵਿਚਕਾਰਲੀ ਰਾਤ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਭਾਈ ਪਿਆਰਾ ਸਿੰਘ ਲੰਗੇਰੀ ਨੰਗਲ ਕਲਾਂ ਦੇ ਜੈਲਦਾਰ ਚੰਦਾ ਸਿੰਘ ਦੀ ਮੁਖਬਰੀ ਤੇ 12 ਅਪ੍ਰੈਲ 1915 ਨੂੰ ਪਿੰਡ ਬਿੰਦਵਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਗ੍ਰਿਫਤਾਰ ਕਰ ਲਏ ਗਏ ਸਨ। ਪਰ ਭਾਈ ਪਿਆਰਾ ਸਿੰਘ ਨੇ ਗ੍ਰਿਫਤਾਰੀ ਤੋਂ ਪਹਿਲਾਂ ਟਕੂਏ ਨਾਲ ਥਾਣੇਦਾਰ ਤਨਵੀਰ ਅਹਿਮਦ ਦਾ ਪੱਟ ਹੱਡੀ ਤੱਕ ਵੱਢ ਦਿੱਤਾ ਸੀ। ਭਾਈ ਨਿਧਾਨ ਸਿੰਘ ਚੁੱਗਾ ਤੇ ਭਾਈ ਰੂੜ ਸਿੰਘ ਚੂੜਚੱਕ 19 ਅਪ੍ਰੈਲ ਨੂੰ ਪਿੰਡ ਚੀਮਾ ਵਿਖੇ ਪੁਲਿਸ ਦੇ ਘੇਰੇ ਵਿੱਚ ਆ ਗਏ ਸਨ। ਸਿਪਾਹੀ ਫੁੰਮਣ ਸਿੰਘ ਤੇ ਹੌਲਦਾਰ ਅਬਦੁਲ ਹੱਕ ਨੇ ਦੋਵਾਂ ਗਦਰੀ ਸੂਰਮਿਆਂ ਨੂੰ ਪਿੰਡ ਦੇ ਝੋਲੀ ਚੁੱਕਾਂ ਦੀ ਮਦਦ ਨਾਲ ਘੇਰ ਕੇ ਗ੍ਰਿਫਤਾਰ ਕਰ ਲਿਆ ਸੀ। ਪਰ ਭਾਈ ਨਿਧਾਨ ਸਿੰਘ ਨੇ ਫੁੰਮਣ ਸਿੰਘ ਨਾਲ ਗੁੱਥਮ ਗੁੱਥਾ ਹੁੰਦਿਆਂ ਉਸ ਨੂੰ ਛੁਰਾ ਮਾਰ ਕੇ ਲਹੂ ਲੁਹਾਨ ਕਰ ਦਿੱਤਾ ਸੀ। ਸੱਜਣ ਸਿੰਘ ਨਾਰੰਗਵਾਲ 19 ਫਰਵਰੀ ਨੂੰ ਲਾਹੌਰ ਵਿੱਚ ਪੁਲਿਸ ਤੋਂ ਵਾਲ-ਵਾਲ ਬਚ ਕੇ ਲਾਇਲਪੁਰ ਜ਼ਿਲ੍ਹੇ ਅੰਦਰ ਆਪਣੇ ਪਰਿਵਾਰਕ ਫਾਰਮ ਚੱਕ ਨੰਬਰ 530 ਨਾਰੰਗਵਾਲ ਉੱਤੇ ਚਲਾ ਗਿਆ ਸੀ। ਉਸ ਦੇ ਪਿੰਡ ਦੇ ਨੰਬਰਦਾਰ ਕਰਮ ਸਿੰਘ, ਜੋ ਸਰਦਾਰ ਬਹਾਦਰ ਗੱਜਣ ਸਿੰਘ ਵਕੀਲ ਦਾ ਛੋਟਾ ਭਰਾ ਸੀ, ਨੇ ਪੁਲਿਸ ਨਾਲ ਮਿਲ ਕੇ ਅਤੇ ਸੱਜਣ ਸਿੰਘ ਦੇ ਘਰਦਿਆਂ ਨੂੰ ਪਤਿਆ ਕੇ ਉਸ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਇਸ ਦੇ ਇਨਾਮ ਵਿੱਚ ਨੰਬਰਦਾਰ ਕਰਮ ਸਿੰਘ ਨੂੰ ਪੁਲਿਸ ਕਪਤਾਨ ਨੇ ਨੇਕਨਾਮੀ ਦਾ ਪੱਤਰ ਤੇ ਲਾਇਸੈਂਸੀ ਰਾਈਫਲ ਦਿੱਤੀ ਸੀ। ਭਾਈ ਸੱਜਣ ਸਿੰਘ ਵੱਲੋਂ ਆਪਣੀ ਸਵੈ ਜੀਵਨੀ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਕਰਮ ਸਿੰਘ ਦੇ 3 ਸੁਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਪ੍ਰੀਤਮ ਸਿੰਘ ਜੈਲਦਾਰ ਸੀ ਅਤੇ ਉਸ ਤੋਂ ਛੋਟਾ ਗੁਰਨਾਮ ਸਿੰਘ ਹਾਈ ਕੋਰਟ ਦਾ ਜੱਜ ਬਣ ਗਿਆ ਸੀ। ਜਸਟਿਸ ਗੁਰਨਾਮ ਸਿੰਘ 1967 ਵਿੱਚ ਅਕਾਲੀ ਦਲ ਦੀ ਤਰਫੋਂ ਪੰਜਾਬ ਦੀ ਸਾਂਝਾ ਮੋਰਚਾ ਸਰਕਾਰ ਦਾ ਮੁੱਖ ਮੰਤਰੀ ਚੁਣਿਆ ਗਿਆ ਸੀ। ਭਾਈ ਗਾਂਧਾ ਸਿੰਘ 1 ਸਾਲ ਤੋਂ ਵੱਧ ਸਮੇਂ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਸੀ। ਪਰ ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਦੇ ਨੱਥਾ ਸਿੰਘ ਨੇ ਗਾਂਧਾ ਸਿੰਘ ਨੂੰ ਘਰ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ ਸੀ। 8 ਮਾਰਚ ਨੂੰ ਇਹ ਸਿਰਲੱਥ ਸੂਰਮਾ ਮੌਤ ਨੂੰ ਮਖੌਲ ਕਰਦਾ ਹੋਇਆ ਮਿੰਟ ਗੁਮਰੀ ਜੇਲ੍ਹ ਅੰਦਰ ਫਾਂਸੀ ਚੜ੍ਹ ਗਿਆ ਸੀ। ਝੋਲੀ ਚੁੱਕਾਂ ਨੂੰ ਸੋਧੇ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਤਪੁਰ ਥਾਣਾ ਸਰਹਾਲੀ ਦਾ ਜੈਲਦਾਰ ਅਛਰਾ ਸਿੰਘ, ਜੋ ਸਰਕਾਰ ਦਾ ਬਦਨਾਮ ਝੋਲੀ ਚੁੱਕ ਸੀ ਅਤੇ ਗਦਰੀਆਂ ਖਿਲਾਫ ਬਹੁਤ ਜ਼ਹਿਰ ਉਗਲਦਾ ਰਹਿੰਦਾ ਸੀ, ਨੂੰ 5 ਜੂਨ 1915 ਨੂੰ ਜਗਤਪੁਰ ਦੇ ਹੀ ਭਾਈ ਕਾਲਾ ਸਿੰਘ ਤੇ ਪਿੰਡ ਬੂੜ ਚੰਦ ਦੇ ਭਾਈ ਚੰਨਣ ਸਿੰਘ ਨੇ ਪਾਰ ਬੁਲਾ ਦਿੱਤਾ ਸੀ। ਇਹਨਾਂ ਦੋਵਾਂ ਗਦਰੀਆਂ ਨੂੰ ਬਾਅਦ ਵਿੱਚ ਫਾਂਸੀ ਦੀ ਸਜ਼ਾ ਹੋ ਗਈ ਸੀ। ਭਾਈ ਪ੍ਰੇਮ ਸਿੰਘ ਸੁਰ ਸਿੰਘੀਏ ਨੇ ਆਪਣੇ 2 ਹੋਰ ਸਾਥੀਆਂ ਨੂੰ ਨਾਲ ਲੈ ਕੇ 19 ਜੂਨ ਨੂੰ ਸੈਂਸਰੇ ਪਿੰਡ ਦੇ ਅੰਗਰੇਜ਼ੀ ਹਾਕਮਾਂ ਦੇ ਬਦਨਾਮ ਝੋਲੀ ਚੁੱਕ ਜੈਲਦਾਰ ਈਸ਼ਰ ਸਿੰਘ ਗੁਰਦੁਆਰਿਓਂ ਨਹਾ ਕੇ ਬਾਹਰ ਨਿਕਲਦਿਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ, ਪਰ ਬਦਕਿਸਮਤੀ ਨਾਲ ਜੈਲਦਾਰ ਗੋਲੀਆਂ ਦੀ ਮਾਰ ਤੋਂ ਬਚ ਗਿਆ। ਇੱਥੋਂ ਵਿਹਲੇ ਹੋ ਕੇ ਭਾਈ ਪ੍ਰੇਮ ਸਿੰਘ ਨੇ ਕੁਝ ਹੋਰ ਬੰਦੇ ਨਾਲ ਲੈ ਕੇ ਪੱਧਰੀ ਪਿੰਡ ਦੇ ਇੱਕ ਹੋਰ ਬਦਨਾਮ ਝੋਲੀ ਚੁੱਕ ਕਪੂਰ ਸਿੰਘ ਨੂੰ ਸੋਧਾ ਲਾਉਣ ਦੀ ਸਕੀਮ ਬਣਾਈ। ਇਸ ਟੁੱਕੜ ਬੋਚ ਨੇ 26 ਨਵੰਬਰ 1914 ਨੂੰ ਝਾੜ ਸਾਹਿਬ ਵਿਖੇ ਗਦਰੀਆਂ ਦੇ ਇਕੱਠੇ ਹੋਣ ਦੀ ਪੁਲਿਸ ਕੋਲ ਸਭ ਤੋਂ ਪਹਿਲਾਂ ਇਤਲਾਹ ਦਿੱਤੀ ਸੀ ਅਤੇ ਭੂਰੇ ਪਿੰਡ ਦੇ ਭਾਈ ਲਾਲ ਸਿੰਘ ਸਮੇਤ 23ਵੇਂ ਰਸਾਲੇ ਦੇ ਸਵਾਰਾਂ ਨੂੰ ਪੁਲਿਸ ਕੋਲ ਗ੍ਰਿਫਤਾਰ ਕਰਵਾਇਆ ਸੀ। ਇਹ ਸ਼ਖਸ ਪਹਿਲੇ ਲਾਹੌਰ ਕੇਸ ਵਿੱਚ ਸਰਕਾਰੀ ਪੱਖ ਦਾ ਅਹਿਮ ਗਵਾਹ ਸੀ। ਗਦਰੀਆਂ ਨੇ ਸ਼ਾਮ ਨੂੰ ਖੂਹ ਤੋਂ ਨਹਾ ਕੇ ਮੁੜਦੇ ਇਸ ਦੁਸ਼ਟ ਨੂੰ ਰਾਹ ਵਿੱਚ ਘੇਰ ਕੇ ਅਗਲੇ ਜਹਾਨ ਪਹੁੰਚਾ ਦਿੱਤਾ ਸੀ। ਪਰ ਇਸ ਕਤਲ ਦੀ ਛਾਣਬੀਣ ਕਰਦੀ ਪੁਲਿਸ ਥੋੜੇ ਹੀ ਦਿਨਾਂ ਤੱਕ ਭਾਈ ਪ੍ਰੇਮ ਸਿੰਘ ਤੱਕ ਅੱਪੜ ਗਈ ਸੀ। ਭਾਈ ਪ੍ਰੇਮ ਸਿੰਘ ਬਾਰੇ ਪੰਜਾਬ CID ਦੇ ਉੱਚ ਅਫਸਰਾਂ ਆਈਸ ਮੌਂਗਰ ਤੇ ਸੈਲਟਰੀ ਨੇ ਇਹ ਟਿੱਪਣੀ ਕੀਤੀ ਹੈ, ਪ੍ਰੇਮ ਸਿੰਘ ਤਲੀ ਤੇ ਸੀਸ ਰੱਖੀ ਫਿਰਦਾ ਬੰਦਾ ਸੀ। ਉਹ ਸਰਕਾਰ ਦੇ ਖਿਲਾਫ ਬੇਅੰਤ ਕੀਨਾ ਰੱਖਦਾ ਸੀ। ਭਾਵੇਂ ਉਸ ਦੇ ਲੀਡਰ ਤੇ ਨਾਲ ਦੇ ਸਾਥੀ ਫੜੇ ਗਏ ਜਾਂ ਘਰੀਂ ਬੈਠ ਗਏ ਸਨ, ਪਰ ਉਹ ਆਪਣੇ ਤੌਰ ਤਰੀਕਿਆਂ ਵਿੱਚ ਦ੍ਰਿੜਤਾ ਨਾਲ ਡਟਿਆ ਰਿਹਾ। ਭਾਈ ਪ੍ਰੇਮ ਸਿੰਘ ਦੀ ਲਗਨ, ਸਪਿਰਟ, ਨਿਡਰਤਾ, ਸਿਦਕ ਦਿਲੀ ਤੇ ਸੂਰਮਗਤੀ ਨੂੰ ਵੇਖ ਕੇ ਉਹ ਲੱਗਦਾ ਹੈ ਜਿਵੇਂ ਉਸ ਅੰਦਰ 18ਵੀਂ ਸਦੀ ਦੇ ਸਿੰਘਾਂ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। 5 ਅਪ੍ਰੈਲ 1915 ਨੂੰ ਭਾਈ ਬੰਤ ਸਿੰਘ ਸੰਘਵਾਲ
ਤੇ ਭਾਈ ਬੂਟਾ ਸਿੰਘ ਅਕਾਲਗੜ੍ਹ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਜੈਲਦਾਰ ਚੰਦਾ ਸਿੰਘ, ਜਿਨੇ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਗ੍ਰਿਫਤਾਰ ਕਰਵਾਇਆ ਸੀ, ਨੂੰ ਕਤਲ ਕਰ ਦਿੱਤਾ ਸੀ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 33ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।